ਸਿੱਧੂ ਸਾਹਿਬ, ਕਿਸਾਨਾਂ ਦੇ ਬਾਰੇ ਕੰਟਰੈਕਟ ਫਾਰਮਿੰਗ ਲਈ ਇਹੋ ਜਿਹਾ ਪ੍ਰਭਾਵ ਪਿਆ ਕਿ ਉਹਨਾਂ ਦੇ ਹਿੱਤ ਦੀ ਗੱਲ ਹੀ ਕੋਈ ਨਹੀਂ। ਇਹਦੇ ਬਾਰੇ ਦੱਸੋ ਕਿ ਖੁੱਲ੍ਹ ਕੇ ਵੀ ਇਹ ਕਿਵੇਂ ਹੈ। ਇਸ 'ਚ ਸਰਾਂ ਸਾਹਿਬ ਇਸ ਤਰ੍ਹਾਂ ਹੈ ਕਿ ਵੀ ਜਿਹੜੀ ਕੰਟਰੈਕਟ ਫਾਰਮਿੰਗ ਹੈ, ਪਹਿਲੀ ਗੱਲ ਤਾਂ ਇਹਦੇ 'ਚ ਅਨਈਕੁਅਲ ਡਿਸਟਰੀਬਿਊਸ਼ਨ ਹੈ ਕਿ ਜਿਹੜਾ ਜਿਸ ਤਰ੍ਹਾਂ ਅੰਬਾਨੀ ਅਡਾਨੀ ਹੈ, ਉਹ ਉਹਨਾਂ ਦੇ ਮੁਕਾਬਲੇ 'ਚ ਇੱਕ ਜਿਹੜਾ ਛੋਟਾ ਕਿਸਾਨ ਹੈ ਉਹਦੇ ਨਾਲ ਕੋਈ ਮੈਚ ਹੀ ਨਹੀਂ ਹੈ। ਬਿਲਕੁਲ ਕਿਸੇ ਕਿਸਮ ਦਾ ਵੀ ਅਨਈਕੁਅਲ ਡਿਸਟਰੀਬਿਊਸ਼ਨ ਹੈ। ਔਰ ਇਹ ਜਿਹੜਾ ਕੰਟਰੈਕਟ ਫਾਰਮਿੰਗ ਹੈ, ਇਹ ਪ੍ਰੈਕਟਿਸ ਦੇ ਵਿੱਚ ਇੰਨਾ ਸਰਲ ਨਹੀਂ ਹੈ, ਬਹੁਤ ਜ਼ਿਆਦਾ ਕੰਪਲੈਕਸ ਹੈ। ਇਹ ਜਿਸ ਤਰ੍ਹਾਂ ਆਪਾਂ ਕਿਸੇ ਕ੍ਰੈਡਿਟ ਕਾਰਡ ਲੈਣ ਵਾਸਤੇ ਜਾਂਦੇ ਹਾਂ ਜਾਂ ਅਸੀਂ ਕੋਈ ਇੰਸ਼ੋਰੈਂਸ ਬੀਮਾ ਕੋਈ ਖਰੀਦਦੇ ਹਾਂ, ਆਪਣੀ ਕਾਰ ਦਾ ਇੰਸ਼ੋਰੈਂਸ ਕਰਾਉਂਦੇ ਹਾਂ ਜਾਂ ਆਪਣਾ ਇੰਸ਼ੋਰੈਂਸ ਕਰਾਉਂਦੇ ਹਾਂ, ਤਾਂ ਉਹਦੇ ਵਿੱਚ ਕੰਡੀਸ਼ਨਸ ਅਪਲਾਈ ਲਿਖਿਆ ਹੁੰਦਾ, ਬਹੁਤ ਬਰੀਕ ਲਿਖਿਆ ਹੁੰਦਾ। ਜਿਹੜੇ ਅੰਬਾਨੀ ਅਡਾਨੀ ਨੇ, ਜਿਹੜੇ ਧਨਾੜ ਲੋਕ ਨੇ, ਉਹਨਾਂ ਦਾ ਤਾਂ ਇੱਕ ਵਕੀਲ ਕੀਤਾ ਹੁੰਦਾ ਅਤੇ ਉਹਨਾਂ ਨੇ ਇੱਕ ਡਾਕੂਮੈਂਟ ਪ੍ਰਿੰਟ ਕਰਕੇ ਤਿਆਰ ਕਰ ਲਿਆ ਜਾਂਦਾ। ਉਹ 'ਤੇ ਪੈਨਲ ਆਫ ਐਡਵੋਕੇਟਸ ਬੈਠ ਕੇ ਉਸ ਡਾਕੂਮੈਂਟ ਨੂੰ ਤਿਆਰ ਕਰ ਲੈਂਦੇ ਆ ਕਿ ਉਹਨਾਂ ਦੇ ਜਿਹੜੇ ਹਿੱਤ ਨੇ ਇੰਡਸਟਰੀਲਿਸਟ ਦੇ, ਉਹ ਉਹਨਾਂ ਨੂੰ 100% ਸਿਕਿਉਰ ਕਰਿਆ ਜਾਵੇ। ਹੁਣ ਜਿਹੜਾ ਗਰੀਬ ਕਿਸਾਨ ਹੈ, ਉਹਨੂੰ ਤਾਂ ਸਿਰਫ ਉਹਦੇ ਅੱਗੇ ਡਾਕੂਮੈਂਟ ਰੱਖ ਦਿੱਤਾ ਜਾਂਦਾ ਕਿ ਤੂੰ ਇਹ 'ਤੇ ਦਸਤਖਤ ਕਰ, ਅਤੇ ਉਹਦੇ 'ਤੇ ਕੰਡੀਸ਼ਨਸ ਸਾਰੀਆਂ ਅਪਲਾਈ ਹੋ ਜਾਂਦੀਆਂ। ਫਿਰ ਇਸ ਤੋਂ ਬਹੁਤ ਵੱਡੀ ਗੱਲ ਇਹ ਹੈ ਕਿ ਵੀ ਜਿਸ ਤਰ੍ਹਾਂ ਹੁਣ ਆਪਾਂ ਲਾ ਲਈਏ ਕਿ ਮੋਗਾ ਜ਼ਿਲ੍ਹਾ ਹੈ, ਅਗਰ ਉਸ ਜ਼ਿਲ੍ਹੇ ਦੇ ਵਿੱਚ ਕੰਟਰੈਕਟ ਫਾਰਮਿੰਗ ਇੱਕ ਅਡਾਨੀ ਕਰਦਾ ਹੈ ਤਾਂ ਉਹਦੀ ਮਨੋਪਸੋਨੀ ਹੋਏਗੀ। ਮਨੋਪਸੋਨੀ ਦਾ ਮਤਲਬ ਕਿ ਕਿਸਾਨ ਮੋਗੇ ਜ਼ਿਲ੍ਹੇ ਦੇ ਸਾਰੇ ਉਹਨੂੰ ਵਚਨਬੱਧ ਹੋਣਗੇ ਅੰਡਰ ਕੰਟਰੈਕਟ ਐਕਟ ਕਿ ਉਹਨੂੰ ਇਹ ਜਿਹੜੀ ਫਸਲ ਹੈ ਉਹਨੂੰ ਵੇਚਣਗੇ। ਉਹਦੇ ਨਾਲ ਮਨੋਪਸੋਨੀ ਹੋਊਗੀ। ਮਨੋਪਸੋਨੀ ਮਨੋਪਲੀ ਦੇ ਉਲਟ ਹੁੰਦੀ ਹੈ ਕਿ ਖਰੀਦਣ ਵਾਲਾ ਬੰਦਾ ਇੱਕ ਹੋਏਗਾ ਔਰ ਵੇਚਣ ਵਾਲੇ ਬੰਦੇ 500 ਹੋਣਗੇ ਜਾਂ 5000 ਹੋਣਗੇ, ਜੋ ਵੀ ਮੋਗੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਗਿਣਤੀ ਹੋਊਗੀ। ਜਦੋਂ ਮਨੋਪਸੋਨੀ ਹੋਊਗੀ, ਉਹ ਆਪਣੀਆਂ ਕੰਡੀਸ਼ਨਸ 'ਤੇ ਉਹਨਾਂ ਤੋਂ ਚੀਜ਼ਾਂ ਖਰੀਦੂਗਾ। ਇਹਦੇ ਉਲਟ ਜਦੋਂ ਉਹ ਇਹਨਾਂ ਚੀਜ਼ਾਂ ਨੂੰ ਸਟੋਰ ਕਰਕੇ ਇਹਨਾਂ ਨੂੰ ਜਦੋਂ ਵੀ ਉਹਨਾਂ ਦੀ ਡਿਮਾਂਡ ਆਏਗੀ ਉਹਨਾਂ ਨੂੰ ਵੇਚੂਗਾ ਤਾਂ ਉਹਦੀ ਮਨੋਪਲੀ ਹੋਏਗੀ। ਉਹ ਵੇਚਣ ਵਾਲਾ ਇੱਕ ਹੋਏਗਾ ਅਤੇ ਜਿਹੜਾ ਕੰਜ਼ਿਊਮਰ ਹੈ, ਜਿਹੜੀ ਆਮ ਜਨਤਾ ਨੇ ਉਸ ਚੀਜ਼ ਨੂੰ ਕੰਜ਼ਿਊਮ ਕਰਨਾ, ਜਦੋਂ ਉਹ ਖਰੀਦਣਗੇ ਤਾਂ ਉਹਦੀ ਮਨੋਪਲੀ ਹੋਊਗੀ। ਉਹਨਾਂ ਦੇ ਜਿਹੜੇ ਰੇਟ ਹੈ ਉਹਦੀ ਮਰਜ਼ੀ 'ਤੇ ਹੋਏਗੀ। ਸਾਰੀ ਪਬਲਿਕ ਉਹਨੂੰ ਜਿੰਨੇ % ਮਰਜ਼ੀ ਵਧਾ ਘਟਾ ਸਕਦੀ ਹੈ। ਖਰੀਦਣ ਵੇਲੇ ਵੀ ਉਹਦਾ ਰੇਟ ਆ, ਵੇਚਣ ਵੇਲੇ ਵੀ ਉਹਦਾ ਆਪਦਾ ਰੇਟ ਹੋਊਗਾ। ਬਿਲਕੁਲ। ਨੰਬਰ 2 'ਤੇ ਇਹਦੇ ਵਿੱਚ ਇਹ ਹੈ ਕਿ ਵੀ ਕੰਟਰੈਕਟਿੰਗ ਦੇ ਵਿੱਚ, ਕੰਟਰੈਕਟ ਫਾਰਮਿੰਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡਰ ਹੈ ਉਹ ਇਹ ਹੈ ਕਿ ਵੀ ਜਿਹੜੀ ਗੌਰਮੈਂਟ ਪ੍ਰਕਿਉਰਮੈਂਟ ਹੈ ਉਹ ਬਿਲਕੁਲ ਖਤਮ ਹੋ ਜਾਏਗੀ। MSP ਵੀ ਕਿਤੇ ਨਹੀਂ ਰਹੇਗੀ। ਔਰ ਇਹ ਤਾਂ ਹੀ ਕੰਟਰੈਕਟ ਫਾਰਮਿੰਗ ਤਾਂ ਹੀ ਲਾਹੇਵੰਦ ਹੋ ਸਕਦੀ ਹੈ ਕਿਸਾਨਾਂ ਵਾਸਤੇ ਅਗਰ MSP ਅੰਡਰ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਆਂ ਦੇ ਅੰਡਰ, ਜਿੱਥੇ ਹੁਣ ਜਾ ਕੇ ਕਿਸਾਨ MSP 'ਤੇ ਬੋਲੀ ਦਿੰਦੇ ਆ, ਇਹ ਸਿਸਟਮ ਜਿਹੜਾ ਹੈ ਕੋਐਗਜ਼ਿਸਟ ਕਰੇ ਉਹਦੇ ਨਾਲ, ਤਾਂ ਕਿ ਕਿਸਾਨ ਨੂੰ ਅਗਰ ਘੱਟ ਰੇਟ ਮਿਲ ਰਿਹਾ ਹੈ ਆਪਣੇ ਇੱਕ ਜਿੱਥੇ ਉਹ ਕੰਟਰੈਕਟ ਫਾਰਮਿੰਗ ਕਰ ਰਿਹਾ ਹੈ, ਉਹ ਜਾ ਕੇ ਉਹਨੂੰ MSP 'ਤੇ ਵੇਚ ਸਕਦਾ ਹੈ, ਤਾਂ ਕਿ ਉਹਦੇ ਕੋਲ ਇਸ ਤਰ੍ਹਾਂ ਦੀ ਇੱਕ ਚਿੱਪ ਹੋਣੀ ਚਾਹੀਦੀ ਹੈ ਕਿ ਉਹਦੀ ਕਿਸੇ ਕਿਸਮ ਦੀ ਕੋਈ ਐਕਸਪਲੋਇਟੇਸ਼ਨ ਨਾ ਹੋ ਸਕੇ। ਅਤੇ ਇੱਕ ਇਹਦਾ ਸਭ ਤੋਂ ਵੱਡਾ ਜਿਹੜਾ ਡਰ ਹੈ ਉਹ ਇਹ ਹੈ ਕਿ ਵੀ ਜਿਹੜਾ APMC ਇਕੋ ਸਿਸਟਮ ਹੈ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿਸਾਨ ਵੀ ਆਉਂਦਾ, ਆੜ੍ਹਤੀਆ ਵੀ ਆਉਂਦਾ ਹੈ, ਛੋਟਾ ਟਰਾਂਸਪੋਰਟਰ ਵੀ ਆਉਂਦਾ ਹੈ, ਮਜ਼ਦੂਰ ਵੀ ਆਉਂਦਾ ਹੈ। ਜਦੋਂ ਫਸਲ ਜਿਹੜੀ ਮੰਡੀ ਦੇ ਵਿੱਚ, ਯਾਰਡ ਦੇ ਵਿੱਚ ਜਾਂਦੀ ਹੈ, ਉੱਥੇ ਸਫਾਈ ਕਰਨ ਵਾਲੇ ਜਿੰਨੇ ਵੀ ਮਜ਼ਦੂਰ ਹੁੰਦੇ ਆ ਉਹ ਵੀ ਵਿੱਚ ਹੁੰਦੇ ਆ। ਜਿੰਨੀਆਂ ਛੋਟੀਆਂ ਦੁਕਾਨਾਂ ਇਨਸੈਕਟੀਸਾਈਡ, ਪੈਸਟੀਸਾਈਡ ਦੀਆਂ ਹੁੰਦੀਆਂ, ਇਹ ਸਾਰਾ ਸਿਸਟਮ ਬਿਲਕੁਲ ਵਾਈਂਡ ਅਪ ਹੋ ਜਾਊਗਾ। ਇਹਦੇ ਨਾਲ ਜਿਹੜਾ ਇਹ ਇਕੋ ਸਿਸਟਮ ਹੈ ਟੋਟਲੀ ਇਹ ਖਤਮ ਹੋ ਜਾਣਾ ਹੈ। ਫਿਰ ਦੇਖੋ, ਸਾਰਿਆਂ ਨਾਲੋਂ ਵੱਡੀ ਬਿਊਟੀ ਇਹ ਹੈ ਕਿ ਵੀ ਕਿਸਾਨ ਕੋਈ ਵੀ ਸਮਾਂ ਹੋਵੇ, ਕੋਈ ਵੀ ਟਾਈਮ ਹੋਵੇ, ਕੋਈ ਵੀ ਰੁੱਤ ਹੋਵੇ, ਕੋਈ ਵੀ ਦਿਨ ਹੋਵੇ, ਉਹ ਜਦੋਂ ਉਹਨੂੰ ਪੈਸਿਆਂ ਦੀ ਕੋਈ ਜ਼ਰੂਰਤ ਹੋਵੇ, ਉਹਦੀ ਕੋਈ ਲੜਕੀ ਦੀ ਸ਼ਾਦੀ ਹੈ, ਉਹਦਾ ਪਿਓ ਬਿਮਾਰ ਹੋ ਗਿਆ ਜਾਂ ਕਿਸੇ ਬੱਚੇ ਦੀ ਫੀਸ ਭਰਨੀ ਹੈ, ਉਹ ਆੜ੍ਹਤੀਏ ਕੋਲੇ ਚਲਾ ਜਾਂਦਾ ਔਰ ਆੜ੍ਹਤੀਆ ਬਿਨਾਂ ਕਿਸੇ ਕੋਲੇਟਰਲ 'ਤੇ ਉਸ ਨੂੰ ਜਿੰਨੇ ਪੈਸੇ ਉਹ ਡਿਮਾਂਡ ਕਰਦਾ ਉਹਨੂੰ ਦੇ ਦਿੰਦਾ। ਔਰ ਇਹਦੇ ਬਾਰੇ ਆੜ੍ਹਤੀਆਂ ਬਾਰੇ ਸਾਡੀ ਲੀਡਰ ਆਫ ਆਪੋਜੀਸ਼ਨ ਸੁਸ਼ਮਾ ਸਵਰਾਜ ਜੀ, ਉਹ ਪਾਰਲੀਮੈਂਟ ਦੇ ਵਿੱਚ 2012 ਦੇ ਵਿੱਚ ਕੀ ਆਪਣੀ ਇੱਕ ਸਟੇਟਮੈਂਟ ਦਿੰਦੇ ਹੈ,
ਉਹ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਕਿ ਉਹਨਾਂ ਦੇ ਆੜ੍ਹਤੀਆਂ ਬਾਰੇ ਕੀ ਵਿਚਾਰ ਨੇ। ਉਹ ਤੁਸੀਂ ਸੁਣ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ। अर्थव्यवस्था ये कहती है कि आपके ये बैंकों के एटीएम तो आ जाए हैं, आड़ती उस किसान का पारंपरिक एटीएम है। किसान को बेटी की शादी करनी हो, बुआ का भात भरना हो, बहन का छूछक देना हो, बच्चे की पढ़ाई करानी हो, बाप की दवाई करानी हो, सिर पे साफा बांधता है और सीधा मंडी में आड़ती क्या जाकर खड़ा हो जाता है। मैं पूछना चाहती हूँ, क्या वॉलमार्ट और टेस्को उसे उधार देगा? क्या उसे संवेदना होगी उसकी बेटी की शादी या बहन का भात भरने की? उसे तो धोती और साफे वाले किसान से बदबू आएगी। ਹਾਂ, ਅਸਲੀਅਤ ਇਹ ਹੈ ਕਿ ਵੀ ਇਹ ਜਿਹੜੇ ਤਿੰਨੋਂ ਬਿੱਲ ਨੇ, ਜਿਹੜਾ ਕਿਸਾਨ ਆਰਥਿਕ ਤੌਰ 'ਤੇ ਗੰਜਾ ਹੋਇਆ ਹੈ ਬਿਲਕੁਲ ਟੋਟਲੀ, ਉਸ ਨੂੰ ਸਰਕਾਰ ਹੈ ਜਿਹੜੀ ਉਹ ਕੰਗੇ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਂਜੀ, ਇਹ ਇਸ ਤਰ੍ਹਾਂ ਹੈ ਕਿ ਵੀ ਇਹ ਜਿਹੜਾ ਸਰਮਾਏਦਾਰ ਹੈ ਉਹ ਇੱਕ ਐਸਾ ਘੋੜਾ ਹੈ ਜਿਹਦੀ ਸਵਾਰੀ ਇੱਕ ਗਰੀਬ ਜਿਹੜਾ ਕਿਸਾਨ ਹੈ ਉਹ ਬਿਲਕੁਲ ਵੀ ਨਹੀਂ ਕਰ ਸਕਦਾ, ਉਹਦੇ ਕਾਬੂ ਆ ਹੀ ਨਹੀਂ ਸਕਦਾ। ਉਹ ਹਮੇਸ਼ਾ ਨੀਚੇ ਕਿਸਾਨ ਨੂੰ ਲੱਗ ਕੇ ਆਪਣੀ ਜਿਹੜੀ ਉਪਜ ਹੈ ਉਹ ਉਹਨੂੰ ਵੇਚਣੀ ਪੈਣੀ ਹੈ। ਇਸ ਤੋਂ ਇਲਾਵਾ ਜਿਹੜਾ ਇੰਡਸਟਰੀਲਿਸਟ ਹੈ ਉਹ ਕਿਸੇ ਵੇਲੇ ਵੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਹੈ ਕਿਸੇ ਖਾਸ ਫਸਲ ਵਾਸਤੇ, ਉਸ ਨੂੰ ਜਦੋਂ ਉਹ ਐਗਜ਼ਾਸਟ ਹੋ ਜਾਂਦੀ ਹੈ ਉਹ ਕਿਸੇ ਨਵੀਂ ਜ਼ਮੀਨ ਦੀ ਤਲਾਸ਼ 'ਚ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਹੁਣ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੀ ਕਣਕ ਹੈ ਅਤੇ ਝੋਨਾ ਇੰਨਾ ਪੈਦਾ ਕੀਤਾ, ਅਸੀਂ ਰੇਹਾਂ ਖਾਦ ਇੰਨੇ ਪਾ ਚੁੱਕੇ, ਇੰਨੇ ਇਨਸੈਕਟੀਸਾਈਡ ਅਤੇ ਪੈਸਟੀਸਾਈਡ ਪਾ ਚੁੱਕੇ ਕਿ ਜਿਹੜੀ ਸਾਡੀ ਜ਼ਮੀਨ ਹੈ ਉਹ ਬਹੁਤ ਜ਼ਹਿਰੀਲੀ ਹੋ ਗਈ। ਔਰ ਸਭ ਤੋਂ ਵੱਡਾ ਜਿਹੜਾ ਖਤਰਾ ਇਸ ਗੱਲ ਦਾ ਹੈ ਉਹ ਹੈ ਕਿ ਵੀ ਜਿਹੜਾ ਸਾਡਾ ਸੋਸ਼ੀਓ ਇਕਨੋਮਿਕ ਇਕੁਇਲਿਬਰੀਅਮ ਹੈ ਸਾਡੇ ਕੰਟਰੀ ਦਾ, ਉਹਦਾ ਜਿਹੜਾ ਸੰਤੁਲਨ ਹੈ ਉਹ ਬਹੁਤ ਬੁਰੀ ਤਰ੍ਹਾਂ ਨਾਲ ਵਿਗੜ ਸਕਦਾ ਔਰ ਕਿਸੇ ਵੇਲੇ ਵੀ ਉਹਦਾ ਵਿਸਫੋਟ ਹੋ ਕੇ ਕਿਸੇ ਵੇਲੇ ਵੀ ਕਾਇਓਟਿਕ ਕੰਡੀਸ਼ਨ ਆ ਸਕਦੀ ਹੈ ਔਰ ਜਿਹੜੀ ਸਿਚੁਏਸ਼ਨ ਹੈ ਉਹ ਸਰਕਾਰ ਦੇ ਹੱਥਾਂ 'ਚੋਂ ਨਿਕਲ ਸਕਦੀ ਹੈ।